ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੀ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਪਿਛਲੇਰੇ ਦਿਨਾਂ ਦੇ ਵਿੱਚ ਆਪਾਂ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਵਿਚਾਰਿਆ ਸੀ। ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਦੇ ਉੱਪਰ ਹਮਲਾ ਕਰਦਾ ਹੈ। ਜਦੋਂ ਦਿੱਲੀ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ, ਅਹਿਮਦ ਸ਼ਾਹ ਅਬਦਾਲੀ ਜਿਹੜੇ ਗੱਡਿਆਂ ਦੇ ਵਿੱਚ ਬਰੂਦ ਭਰ ਕੇ ਲੈ ਕੇ ਆਇਆ ਸੀ, ਉਹਨਾਂ ਦੇ ਵਿੱਚ ਕੁਝ ਚਿੰਗਾਰੀਆਂ ਡਿੱਗਣ ਦੇ ਕਰਕੇ ਉਹ ਬਰੂਦ ਚੱਲ ਜਾਂਦਾ ਹੈ, ਜਿਸ ਕਰਕੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ। ਮੀਰ ਮੰਨੂ ਜੰਗ ਹਾਰ ਰਿਹਾ ਸੀ, ਅਹਿਮਦ ਸ਼ਾਹ ਅਬਦਾਲੀ ਜਿੱਤ ਰਿਹਾ ਸੀ। ਲੇਕਿਨ ਜਦੋਂ ਇਹ ਘਟਨਾ ਵਾਪਰਦੀ ਹੈ, ਬਰੂਦ ਸਾਰਾ ਇਕੱਠਾ ਹੀ ਜੋ ਗੱਡਿਆਂ ਦੇ ਵਿੱਚ ਭਰਿਆ ਹੋਇਆ ਚੱਲ ਜਾਂਦਾ ਹੈ। ਅਹਿਮਦ ਸ਼ਾਹ ਅਬਦਾਲੀ ਜੰਗ ਹਾਰ ਜਾਂਦਾ। ਇਸ ਨੇ ਆਪਣੀ ਫੌਜ ਦੇ ਬਹੁਤੇ ਬੰਦੇ ਮਰਵਾਉਣੇ ਕੋਈ ਸਿਆਣਪ ਨਹੀਂ ਸਮਝੀ, ਇਸ ਕਰਕੇ ਇਹ ਵਾਪਸ ਹੋ ਗਿਆ। ਦਿੱਲੀ ਦੇ ਉੱਪਰ ਆਪਣਾ ਕਬਜ਼ਾ ਨਹੀਂ ਕਰ ਸਕਿਆ। ਜਾਂਦੇ ਹੋਏ ਨੂੰ ਝਨਾਬ ਦੇ ਕਿਨਾਰੇ 'ਤੇ ਸਿੱਖਾਂ ਨੇ ਲੁੱਟਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ, ਜੋ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ, ਉਸ ਨੇ ਆਪਣੇ ਜਥੇ ਦੇ ਸਮੇਤ ਇਸ ਨੂੰ ਲੁੱਟਿਆ ਅਤੇ ਕਾਫੀ ਦੂਰ ਤੱਕ ਇਸ ਨੂੰ ਛੱਡ ਕੇ ਆਏ। ਇਹ ਘਟਨਾ ਤੋਂ ਬਾਅਦ ਸਿੱਖ ਦਰਬਾਰ ਸਾਹਿਬ ਵਿਖੇ ਸਰਬੱਤ ਖਾਲਸਾ ਕਰਦੇ ਹਨ। ਸਿੱਖਾਂ ਦੇ ਇਸ ਸਮੇਂ 65 ਜਥੇ ਸਨ। ਸੋ ਉਹਨਾਂ 65 ਜਥਿਆਂ ਨੂੰ ਤੋੜ ਕੇ 11 ਮਿਸਲਾਂ ਬਣਾਈਆਂ ਗਈਆਂ। ਇੱਥੋਂ ਤੱਕ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਅਗਲੇ ਇਤਿਹਾਸ ਨੂੰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1748 ਈਸਵੀ ਦੇ ਵਿੱਚ ਦਰਬਾਰ ਸਾਹਿਬ ਵਿਖੇ ਅੰਮ੍ਰਿਤਸਰ ਸਿੱਖਾਂ ਵੱਲੋਂ ਸਰਬੱਤ ਖਾਲਸਾ ਕੀਤਾ ਜਾਂਦਾ ਹੈ। ਸਰਬੱਤ ਖਾਲਸਾ ਦੇ ਵਿੱਚ 65 ਜਥਿਆਂ ਨੂੰ ਤੋੜ ਕੇ 11 ਮਿਸਲਾਂ ਬਣਾ ਲਈਆਂ ਜਾਂਦੀਆਂ ਹਨ। ਇਹਨਾਂ 11 ਮਿਸਲਾਂ ਦੇ ਨਾਮ, ਪਹਿਲੇ ਨੰਬਰ 'ਤੇ ਜੋ ਮਿਸਲ ਬਣਾਈ ਗਈ ਸੀ ਉਹ ਸੀ ਆਹਲੂਵਾਲੀਆ ਮਿਸਲ। ਇਸ ਦਾ ਮੁਖੀ ਬਣਾਇਆ ਗਿਆ ਜੱਸਾ ਸਿੰਘ ਆਹਲੂਵਾਲੀਆ। ਦੂਸਰੀ ਮਿਸਲ ਬਣਾਈ ਗਈ ਭੰਗੀ ਮਿਸਲ। ਇਸ ਦਾ ਜੋ ਜਥੇਦਾਰ ਸੀ ਹਰੀ ਸਿੰਘ ਭੰਗੀ। ਡੱਲੇ ਵਾਲੀ ਮਿਸਲ, ਇਸ ਦਾ ਜਥੇਦਾਰ ਸੀ ਗੁਲਾਬ ਸਿੰਘ। ਫੈਜ਼ਲਪੁਰੀਆ ਮਿਸਲ, ਇਸ ਦਾ ਮੁਖੀ ਸੀ ਨਵਾਬ ਕਪੂਰ ਸਿੰਘ।
ਇੱਕ ਕਨ੍ਹਈਆ ਮਿਸਲ ਬਣਾਈ ਗਈ, ਇਸ ਦਾ ਮੁਖੀ ਸੀ ਜੈ ਸਿੰਘ। ਕਰੋੜੀਆ ਮਿਸਲ ਬਣਾਈ ਗਈ, ਇਸ ਦਾ ਜਥੇਦਾਰ ਸੀ ਕਰੋੜਾ ਸਿੰਘ। ਇੱਕ ਉਸ ਸਮੇਂ ਰਾਮਗੜੀਆ ਮਿਸਲ ਬਣਾਈ ਗਈ, ਇਸ ਨੂੰ ਪਹਿਲਾਂ ਇਹਦਾ ਨਾਮ ਸਿੰਘਾਣੀਆਂ ਮਿਸਲ ਸੀ, ਕਿਉਂਕਿ ਇਸ ਦਾ ਉਸ ਸਮੇਂ ਜੋ ਜਥੇਦਾਰ ਸੀ ਉਹ ਨੌਦ ਸਿੰਘ ਸਿੰਘਾਣੀਆਂ ਸੀ। ਬਾਅਦ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਇਸ ਮਿਸਲ ਦਾ ਜਥੇਦਾਰ ਬਣਿਆ ਅਤੇ ਇਹ ਮਿਸਲ ਦਾ ਨਾਮ ਵੀ ਰਾਮਗੜੀਆ ਮਿਸਲ ਪੈ ਗਿਆ। ਸ਼ੁਕਰ ਚੱਕੀਆ ਮਿਸਲ ਬਣਾਈ ਗਈ, ਚੜ੍ਹਤ ਸਿੰਘ ਸ਼ੁਕਰ ਚੱਕੀਆ, ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਇਸ ਦਾ ਜਥੇਦਾਰ ਬਣਿਆ। ਇੱਕ ਸ਼ਹੀਦਾਂ ਮਿਸਲ ਬਣਾਈ ਗਈ, ਇਸ ਦਾ ਮੁਖੀ ਬਣਿਆ ਬਾਬਾ ਦੀਪ ਸਿੰਘ, ਸ਼ਹੀਦ ਬਾਬਾ ਦੀਪ ਸਿੰਘ। ਇਸ ਤਰੀਕੇ ਦੇ ਨਾਲ ਇਹ ਜੋ ਮਿਸਲਾਂ ਹਨ ਉਹ ਬਣਾਈਆਂ ਗਈਆਂ। ਇੱਕ ਮਿਸਲ ਦਾ ਨਾਮ ਹੈ ਨਿਸ਼ਾਨੇ ਵਾਲੀਆ ਮਿਸਲ, ਇਹਦਾ ਮੁਖੀ ਜਥੇਦਾਰ ਦਸੌਂਧਾ ਸਿੰਘ ਸੀ। ਇਹ ਬਹੁਤ ਵਧੀਆ ਜਥੇਦਾਰ ਹੋਇਆ। ਸੋ ਇਸ ਤਰੀਕੇ ਦੇ ਨਾਲ 11 ਮਿਸਲਾਂ ਬਣਾ ਲਈਆਂ ਗਈਆਂ। ਆਪਾਂ ਇਤਿਹਾਸ ਨੂੰ ਵਿਚਾਰ ਕੇ ਆਏ ਹਾਂ, ਇੱਥੋਂ ਤੱਕ ਸਿੱਖ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਹੇ ਹਨ। ਹੁਣ ਸਿੱਖਾਂ ਦੇ ਵਿੱਚ ਨਿਘਾਰ ਆਉਣਾ। ਇਹ ਮਿਸਲਾਂ ਬਣ ਗਈਆਂ ਸਿੱਖਾਂ ਦੇ ਵਿੱਚ, ਇੱਥੇ ਆ ਕੇ ਥੋੜ੍ਹਾ ਬਹੁਤਾ ਜੋ ਨਿਘਾਰ ਆਇਆ ਹੈਗਾ, ਜਿਵੇਂ ਕਿ ਇਸ ਦੇ ਵਿੱਚ ਇੱਕ ਮਿਸਲ ਹੈ ਭੰਗੀ ਮਿਸਲ। ਇਹ ਭੰਗੀ ਮਿਸਲ ਦਾ ਮੁਖੀ ਹੈ ਹਰੀ ਸਿੰਘ ਭੰਗੀ। ਇਸ ਮਿਸਲ ਦਾ ਨਾਮ ਭੰਗੀ ਤਾਂ ਹੀ ਪਿਆ ਕਿਉਂਕਿ ਜਿਹੜੇ ਇਸ ਮਿਸਲ ਦੇ ਬੰਦੇ ਸਨ ਉਹ ਭੰਗ ਪੀਂਦੇ ਸਨ। ਇਹ ਨਿਘਾਰ ਵਾਲੀ ਗੱਲ ਹੈ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਉਹ ਸ਼ੌਂਕ ਵਜੋਂ ਭੰਗ ਪੀਂਦੇ ਸੀ। ਹੋ ਸਕਦਾ ਉਸ ਸਮੇਂ ਉਹਨਾਂ ਦੀ ਮਜਬੂਰੀ ਬਣ ਗਈ ਹੋਵੇ। ਆਪਾਂ ਇਹ ਤਾਂ ਪੜ੍ਹ ਹੀ ਆਏ ਹਾਂ ਵੀ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਹਨ। ਉੱਥੇ ਜੋ ਜੰਗਲ ਦੇ ਵਿੱਚ ਜੋ ਵੀ ਉਹਨਾਂ ਨੂੰ ਭੋਜਨ ਮਿਲਦਾ ਉਸ ਨੂੰ ਛਕ ਕੇ ਆਪਣਾ ਗੁਜ਼ਾਰਾ ਕਰਦੇ ਹਨ ਜੋ ਜੰਗਲਾਂ ਦੇ ਵਿੱਚ। ਇੱਥੋਂ ਤੱਕ ਆਪਾਂ ਪੜ੍ਹ ਆਏ ਹਾਂ ਵੀ ਸਿੱਖਾਂ ਨੇ ਪੱਤੇ ਉਬਾਲ ਕੇ ਵੀ ਖਾਧੇ ਆ। ਹੋ ਸਕਦਾ ਉਸ ਸਮੇਂ ਜੋ ਇਹ ਭੰਗ ਦੇ ਬੂਟੇ ਹੁੰਦੇ ਹਨ ਇਹਨਾਂ ਦੇ ਵੀ ਪੱਤੇ ਖਾਧੇ ਹੋਣ, ਜਾਂ ਹੋ ਸਕਦਾ ਉਸ ਸਮੇਂ ਕੋਈ ਜਦੋਂ ਫੱਟ ਲੱਗ ਜਾਂਦਾ, ਜ਼ਖਮ ਹੋ ਜਾਂਦਾ ਸਰੀਰ 'ਤੇ ਜੰਗ ਦੇ ਦੌਰਾਨ, ਉਹਦੇ ਵਿੱਚ ਦਰਦ ਹੁੰਦਾ ਅਤੇ ਉਸ ਦਰਦ ਨੂੰ ਖਤਮ ਕਰਨ ਦੇ ਲਈ ਅੱਜ ਦੀ ਤਰ੍ਹਾਂ ਤਾਂ ਕੋਈ ਮੈਡੀਸਨ ਨਹੀਂ ਸੀ, ਦਵਾਈ ਨਹੀਂ ਸੀ। ਹੋ ਸਕਦਾ ਉਹ ਦਰਦ ਤੋਂ ਛੁਟਕਾਰੇ ਦੇ ਲਈ ਸਿੱਖ ਹੈ ਜੋ ਭੰਗ ਦਾ ਨਸ਼ਾ ਕਰਨ ਲੱਗ ਗਏ ਹੋਣ, ਥੋੜ੍ਹੀ ਬਹੁਤੀ ਰਾਹਤ ਮਹਿਸੂਸ ਹੁੰਦੀ ਹੋਵੇ। ਇਹ ਕਾਰਨ ਹੋ ਸਕਦੇ ਆ ਉਸ ਸਮੇਂ ਵੀ ਸਿੱਖ ਹੈ ਜਿਹੜੇ ਉਹ ਜੋ ਥੋੜ੍ਹੀ ਗਿਣਤੀ ਦੇ ਵਿੱਚ ਹਨ, ਕੁਝ ਕੁ ਸਿੱਖ ਭੰਗ ਦਾ ਨਸ਼ਾ ਕਰਨ ਲੱਗ ਗਏ ਅਤੇ ਬਾਅਦ ਦੇ ਵਿੱਚ ਇਸ ਨਸ਼ੇ ਦੀ ਜਦੋਂ ਤੋੜ ਲੱਗਦੀ ਹੈ ਫਿਰ ਦੁਬਾਰੇ ਕਰਨਾ ਪੈਂਦਾ। ਇਹ ਕਾਰਨ ਹੋ ਸਕਦੇ ਆ ਪਰ ਸ਼ੌਂਕ ਵਜੋਂ ਨਹੀਂ। ਅਤੇ ਨਹੀਂ ਤਾਂ ਸਿੱਖ ਦੇ ਲਈ ਇਹ ਹਦਾਇਤ ਹੈ ਵੀ ਉਸ ਨੂੰ ਜੋ ਅਮਲ ਹੈ ਉਹ ਪ੍ਰਸ਼ਾਦੇ ਦਾ ਹੀ ਹੋਣਾ ਚਾਹੀਦਾ। ਇਹ 11 ਮਿਸਲਾਂ ਬਣਾਈਆਂ ਗਈਆਂ 1748 ਈਸਵੀ ਦੇ ਵਿੱਚ। ਅਤੇ ਜੋ ਮੀਰ ਮੰਨੂ ਹੈ, ਜਦੋਂ ਉਸਨੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਦਿੱਤਾ ਜੰਗ ਦੇ ਵਿੱਚ, ਉਸ ਸਮੇਂ ਦਾ ਜੋ ਬਾਦਸ਼ਾਹ ਹੈ ਉਸ ਨੇ ਉਸ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ। ਇਹ ਮੀਰ ਮੰਨੂ ਜਦੋਂ ਲਾਹੌਰ ਦਾ ਸੂਬੇਦਾਰ ਬਣਿਆ, ਇਸ ਨੇ ਫਿਰ ਸਿੱਖਾਂ 'ਤੇ ਜ਼ੁਲਮ ਢਾਉਣੇ ਆਰੰਭ ਕੀਤੇ। 1748 ਈਸਵੀ ਦੇ ਵਿੱਚ ਇਹ ਬਣ ਗਏ। ਇਸ ਨੇ ਇੱਕ ਐਲਾਨ ਕੀਤਾ, ਇੱਕ ਨਵੀਂ ਪਿਰਤ ਪਾਈ ਹੈ। ਉਹ ਨਵੀਂ ਪਿਰਤ ਇਹ ਪਾਈ ਹੈ ਵੀ ਲਾਹੌਰ ਦੇ ਜਿਹੜੇ ਪਹਿਲਾਂ ਸੂਬੇਦਾਰ ਬਣੇ ਆ, ਅਬਦੁਲ ਸਮਦ ਖਾਨ, ਜ਼ਕਰੀਆ ਖਾਨ, ਜਈਆ ਖਾਨ,
ਉਹਨਾਂ ਨੇ ਤਾਂ ਕੇਵਲ ਇਹ ਐਲਾਨ ਕੀਤੇ ਸੀ ਵੀ ਜੇਕਰ ਕੋਈ ਸਿੱਖ ਦਾ ਸਿਰ ਵੱਢ ਕੇ ਲੈ ਕੇ ਆਵੇਗਾ ਉਸ ਨੂੰ 80 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ, ਜੇ ਕੋਈ 10 ਪਾਵੇਗਾ 10 ਰੁਪਏ, ਜੇ ਕੋਈ ਨਾਲ ਜਾ ਕੇ ਗ੍ਰਿਫਤਾਰ ਕਰਵਾਵੇਗਾ 50 ਰੁਪਏ। ਪਰ ਇਸ ਨੇ ਇੱਕ ਨਵਾਂ ਐਲਾਨ ਕੀਤਾ ਹੈ। ਉਹ ਐਲਾਨ ਇਹ ਕੀਤਾ ਹੈ ਵੀ ਜਦੋਂ ਵੀ ਕਿਤੇ ਕੋਈ ਸਿੱਖ ਗ੍ਰਿਫਤਾਰ ਕੀਤਾ ਜਾਵੇਗਾ, ਇਹਨੇ ਆਪਣੀ ਫੌਜ ਨੂੰ ਇਹ ਹੁਕਮ ਦਿੱਤਾ ਸਭ ਤੋਂ ਪਹਿਲਾਂ ਉਹਦੇ ਕੇਸ ਕੱਟਣੇ ਹੈ। ਇਹ ਨਵੀਂ ਪਿਰਤ ਪਾਈ ਹੈ। ਇਹਨੇ ਐਲਾਨ ਕੀਤਾ ਵੀ ਜਿੱਥੇ ਵੀ ਸਿੱਖ ਮਿਲਦਾ ਉਹਦੇ ਕੇਸ ਕੱਟ ਦਿੱਤੇ ਜਾਣ। ਇਹਨੇ ਇਸ ਸਮੇਂ ਦੇ ਦੌਰਾਨ ਤਕਰੀਬਨ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਤਕਰੀਬਨ 2000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਵਿੱਚ ਲਿਆਂਦਾ ਗਿਆ ਤੇ ਨਿਖਾਸ ਚੌਂਕ ਦੇ ਵਿੱਚ ਉਹਨਾਂ ਦੇ ਕੇਸ ਕੱਟ ਕੇ ਪਹਿਲਾਂ ਫਿਰ ਸ਼ਹੀਦ ਕੀਤਾ ਗਿਆ। ਇਹਨੇ ਬਹੁਤ ਜ਼ਿਆਦਾ ਕਹਿਰ ਕੀਤਾ ਮੀਰ ਮੰਨੂ ਨੇ। ਇਹ 4 ਸਾਲ ਹੀ ਸੂਬੇਦਾਰ ਰਹੇ ਹੈ ਲਾਹੌਰ ਦਾ। 1748 ਵਿੱਚ ਬਣ ਗਏ ਹੈ, 1752-53 ਵਿੱਚ ਇਹਨੇ ਖਤਮ ਹੋ ਜਾਣਾ। ਲੇਕਿਨ ਇਸ ਨੇ 4 ਸਾਲਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਤਸੱਦਦ ਕੀਤਾ ਆਪਣੇ ਵੱਲੋਂ। ਇਸ ਨੇ ਇੱਕ ਸਪੈਸ਼ਲ ਫੌਜ ਦੀ ਟੁਕੜੀ ਬਣਾਈ ਤੇ ਉਹਨਾਂ ਨੂੰ ਐਲਾਨ ਕੀਤਾ ਵੀ ਉਹਨਾਂ ਨੇ ਹਰ ਰੋਜ਼ 65 ਕਿਲੋਮੀਟਰ ਦਾ ਜੋ ਸਫ਼ਰ ਹੈ ਉਹ ਤੈਅ ਕਰਨਾ ਹੈ ਤੇ ਜਿੱਥੇ ਵੀ ਉਹਨਾਂ ਨੂੰ ਸਿੱਖ ਲੱਭਦਾ ਉਸ ਨੂੰ ਫੜ ਕੇ ਉਹਦੇ ਕੇਸ ਕੱਟ ਦੇਣੇ ਆ ਤੇ ਗ੍ਰਿਫਤਾਰ ਕਰ ਲੈਣਾ। ਇਸ ਤਰ੍ਹਾਂ ਇਸ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੀਆਂ ਫੌਜ ਦੀਆਂ ਟੁਕੜੀਆਂ ਭੇਜੀਆਂ ਵੀ ਕਿਤੇ ਵੀ ਸਿੱਖ ਛੁਪਿਆ ਹੋਇਆ ਨਾ ਉਸ ਨੂੰ ਲੱਭ ਲਓ ਤੇ ਉਹਨੂੰ ਗ੍ਰਿਫਤਾਰ ਕਰੋ ਤੇ ਉਹਦੇ ਕੇਸ ਕਤਲ ਕਰੋ। ਇਹ ਆਪਣੇ ਵੱਲੋਂ ਇਸ ਤਰ੍ਹਾਂ ਜ਼ੁਲਮ ਕਰ ਰਹੇ ਹੈ। 1748 ਈਸਵੀ ਦੇ ਵਿੱਚ ਇਸ ਨੇ ਇਹ ਐਲਾਨ ਕੀਤਾ ਹੈ। 1749 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੁਬਾਰੇ ਫਿਰ ਹਮਲਾ ਕਰਦਾ। ਇਹ ਪਹਿਲਾਂ ਤਾਂ ਇੱਕ ਵਾਰੀ ਹਾਰ ਕੇ ਚਲਿਆ ਗਿਆ, 1747 ਦੇ ਅਖੀਰ ਦੇ ਵਿੱਚ ਆਇਆ ਸੀ ਤੇ ਇਹ ਵਾਪਸ ਹੋ ਗਿਆ ਸੀ, ਜੰਗ ਨਹੀਂ ਜਿੱਤ ਸਕਿਆ। ਪਰ ਇਹਨੇ ਦੁਬਾਰੇ ਫਿਰ ਹਮਲਾ ਕੀਤਾ 1749 ਈਸਵੀ ਦੇ ਵਿੱਚ। ਥੋੜ੍ਹੇ ਜਿਹੇ ਸਮੇਂ ਬਾਅਦ ਹੀ, ਤਕਰੀਬਨ ਸਾਲ ਕੁ ਬਾਅਦ ਹੀ ਇਸ ਨੇ ਦੁਬਾਰੇ ਹਮਲਾ ਕੀਤਾ। ਇਹ ਪਹਿਲਾਂ ਲਾਹੌਰ ਤੇ ਆਇਆ, ਲਾਹੌਰ ਤੇ ਚੜ੍ਹ ਕੇ ਲਾਹੌਰ ਦੇ ਉੱਪਰ ਹਮਲਾ ਕੀਤਾ। ਮੀਰ ਮੰਨੂ ਨੇ ਇਸ ਦਾ ਮੁਕਾਬਲਾ ਕੀਤਾ। ਮੀਰ ਮੰਨੂ ਨੇ ਦਿੱਲੀ ਦੇ ਵਿੱਚ ਇਸ ਨੂੰ ਹਰਾ ਦਿੱਤਾ ਸੀ, ਪਰ ਇੱਥੇ ਮੀਰ ਮੰਨੂ ਇਹਦੇ ਹੱਥੋਂ ਹਾਰ ਗਿਆ। ਮੀਰ ਮੰਨੂ ਦੇ ਨਾਲ ਸਮਝੌਤਾ ਹੋਇਆ 14 ਲੱਖ ਦਾ ਜੋ ਲੈਣ ਦੇਣ ਕੀਤਾ ਜਾਣਾ। ਮੀਰ ਮੰਨੂ ਵੱਲੋਂ ਅਹਿਮਦ ਸ਼ਾਹ ਅਬਦਾਲੀ ਨੂੰ 14 ਲੱਖ ਰੁਪਈਆ ਦਿੱਤਾ ਜਾਣਾ। ਇਹ ਸਮਝੌਤਾ ਹੋ ਗਿਆ। ਮੀਰ ਮੰਨੂ ਨੇ ਉਸੇ ਸਮੇਂ 9 ਲੱਖ ਰੁਪਈਆ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਤੇ ਅਹਿਮਦ ਸ਼ਾਹ ਅਬਦਾਲੀ ਇਸ ਨੂੰ ਦੁਬਾਰੇ ਫਿਰ ਲਾਹੌਰ ਦਾ ਜੋ ਸੂਬੇਦਾਰ ਬਣਾ ਗਿਆ। ਮੀਰ ਮੰਨੂ ਨੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਤੋਂ ਪਹਿਲਾਂ ਜੋ ਉਸ ਸਮੇਂ ਦਾ ਬਾਦਸ਼ਾਹ ਦਿੱਲੀ ਦਾ ਸਫਦਰ ਜੰਗ, ਉਸ ਤੋਂ ਸਹਾਇਤਾ ਵੀ ਮੰਗੀ ਤੇ ਉਸਨੇ ਥੋੜ੍ਹੀ ਬਹੁਤੀ ਸਹਾਇਤਾ ਵੀ ਕੀਤੀ, ਲੇਕਿਨ ਉਹਨੇ ਚੰਗੀ ਤਰ੍ਹਾਂ ਸਹਾਇਤਾ ਨਹੀਂ ਕੀਤੀ ਕਿਉਂਕਿ ਉਹ ਮੀਰ ਮੰਨੂ ਨੂੰ ਚੰਗਾ ਨਹੀਂ ਸੀ ਸਮਝਦਾ। ਉਸਨੇ ਸਹਾਇਤਾ ਲੇਟ ਭੇਜੀ, ਜਿਸ ਕਰਕੇ ਸਹੋਦਰੇ ਦੀ ਜ਼ਮੀਨ ਦੇ ਉੱਪਰ, ਸਹੋਦਰੇ ਦੇ ਮੈਦਾਨ ਦੇ ਅੰਦਰ ਮੀਰ ਮੰਨੂ ਹਾਰ ਗਿਆ ਸੀ ਅਹਿਮਦ ਸ਼ਾਹ ਅਬਦਾਲੀ ਤੋਂ ਤੇ 9 ਲੱਖ ਰੁਪਈਆ ਆਪਣੇ ਵੱਲੋਂ ਇਸ ਨੇ ਭਰ ਦਿੱਤਾ। 5 ਲੱਖ ਰੁਪਈਆ ਉਧਾਰਾ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਇਸ ਨੂੰ ਜਾਂਦਿਆਂ ਹੋਇਆਂ ਲਾਹੌਰ ਦਾ ਸੂਬੇਦਾਰ ਬਣਾ ਗਿਆ ਦੁਬਾਰੇ। ਅਹਿਮਦ ਸ਼ਾਹ ਅਬਦਾਲੀ ਨੇ ਬਹੁਤ ਜ਼ਿਆਦਾ ਹਮਲੇ ਕਰਨੇ ਹੈ। ਅਜੇ ਤਾਂ ਇਸ ਨੇ ਤਕਰੀਬਨ ਦੂਸਰਾ ਹਮਲਾ ਕੀਤਾ,
ਭਾਵੇਂ ਕਿ 3 ਵਾਰੀ ਆ ਗਿਆ, ਇੱਕ ਵਾਰੀ ਨਾਦਰ ਸ਼ਾਹ ਦੇ ਨਾਲ ਆਇਆ, ਪਰ ਇਸਨੇ 2 ਹਮਲੇ ਕੀਤੇ ਹੈ ਤੇ ਇਹਨੇ ਤਕਰੀਬਨ 11 ਹਮਲੇ ਕਰਨੇ ਆ ਹਿੰਦੁਸਤਾਨ ਦੇ ਉੱਪਰ। ਤੇ ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂ ਵੱਲੋਂ ਸਿੱਖਾਂ ਦੇ ਉੱਪਰ ਇੰਨਾ ਕੁ ਤਸੱਦਦ ਕੀਤਾ ਗਿਆ ਵੀ ਉਸ ਸਮੇਂ 2 ਮੁਹਾਵਰੇ ਪ੍ਰਚਲਿਤ ਹੋ ਗਏ। ਇੱਕ ਮੁਹਾਵਰਾ ਤਾਂ ਇਹ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸਾਹੇ ਦਾ, ਵੀ ਜਿਹੜਾ ਕੁਝ ਵਰਤਣਾ ਸਮਾਨ ਵਰਤ ਲਓ, ਖਾ ਪੀ ਲਓ, ਕਿਉਂਕਿ ਜੇ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰਤਾ ਤੇ ਉਹਨੇ ਸਾਰਾ ਕੁਝ ਲੁੱਟ ਕੇ ਤਾਂ ਲਈ ਜਾਣਾ। ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਜਿਹੜਾ ਵਰਤ ਲਿਆ ਉਹੀ ਹੈ ਸਾਡਾ, ਬਾਕੀ ਤਾਂ ਸਭ ਕੁਝ ਉਹਨੇ ਲੁੱਟ ਕੇ ਲਈ ਜਾਣਾ ਤੇ ਉਹਦਾ ਕੋਈ ਪਤਾ ਨਹੀਂ ਕਦੋਂ ਹਮਲਾ ਕਰ ਦੇਵੇ। ਤੇ ਦੂਸਰਾ, ਮੀਰ ਮੰਨੂ ਨੇ ਇੰਨਾ ਜ਼ਿਆਦਾ ਸਿੱਖਾਂ ਦੇ ਉੱਪਰ ਤਸੱਦਦ ਕੀਤਾ ਹੈ, ਇਹ ਮੁਹਾਵਰਾ ਪ੍ਰਚਲਿਤ ਹੋ ਗਿਆ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਕੱਟਦਾ ਅਸੀਂ ਦੂਣ ਸਵਾਏ ਹੋਏ। ਇੱਕ ਸੋਏ ਫਸਲ ਦਾ ਨਾਮ ਹੈ, ਵੱਟਾਂ 'ਤੇ ਬੀਜ ਦਿੱਤੇ ਜਾਂਦੇ ਆ ਇਹ ਬੂਟੇ। ਜਦੋਂ ਇਹਨਾਂ ਨੂੰ ਕੱਟਿਆ ਜਾਂਦਾ ਹੈ, ਜੇ ਇੱਕ ਬੂਟਾ ਕੱਟਿਆ ਉਹਦੇ ਵਿੱਚੋਂ 2 ਪੈਦਾ ਹੁੰਦੇ ਆ, ਜੇ 2 ਕੱਟਤੇ 4 ਪੈਦਾ ਹੋਣਗੇ, 4 ਕੱਟਤੇ 8 ਪੈਦਾ ਹੋ ਜਾਣਗੇ। ਭਾਵ ਸੋਇਆਂ ਦੇ ਬੂਟੇ ਦੁੱਗਣੇ ਹੋ ਵੱਧਦੇ ਆ, ਪੈਦਾ ਹੁੰਦੇ ਆ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਕੱਟਦਾ ਅਸੀਂ ਦੂਣ ਸਵਾਏ ਹੋਏ। ਸਿੱਖਾਂ ਦੇ ਵੱਲੋਂ ਇਹ ਗੱਲ ਪ੍ਰਚਲਿਤ ਹੋ ਗਈ, ਮੁਹਾਵਰਾ ਪ੍ਰਚਲਿਤ ਹੋ ਗਿਆ ਵੀ ਉਸਨੇ ਇੰਨੇ ਕੁ ਸਿੱਖ ਸ਼ਹੀਦ ਕੀਤੇ ਵੀ ਸਿੱਖਾਂ ਦੇ ਜਵਾਨ ਤੇ ਇਹ ਮੁਹਾਵਰਾ ਚੜ੍ਹ ਗਿਆ ਵੀ ਮੀਰ ਮੰਨੂ ਜਿੰਨਾ ਜ਼ਿਆਦਾ ਸਾਨੂੰ ਸ਼ਹੀਦ ਕਰੇਗਾ ਉਨਾ ਹੀ ਜ਼ਿਆਦਾ ਅਸੀਂ ਗਿਣਤੀ ਦੇ ਵਿੱਚ ਪੈਦਾ ਹੋਵਾਂਗੇ। ਤੇ ਮੀਰ ਮੰਨੂ ਨੇ ਆਪਣੇ ਵੱਲੋਂ ਬਹੁਤ ਜ਼ਿਆਦਾ ਤਸੱਦਦ ਕੀਤਾ। ਇਸ ਸਮੇਂ ਦੇ ਦੌਰਾਨ ਜੋ ਮੀਰ ਮੰਨੂ ਹੈ, ਇੱਕ ਜਲੰਧਰ ਦਾ ਹਾਕਮ ਹੈ ਅਦੀਨਾ ਬੇਗ, ਤੇ ਇੱਕ ਹੈ ਦੀਵਾਨ ਕੌੜਾ ਮੱਲ। ਇਹ ਆਪਾਂ ਪਹਿਲਾਂ ਵੀ ਪੜ੍ਹ ਆਏ ਹਾਂ ਵੀ ਇਹਦਾ ਸਿੱਖਾਂ ਦੇ ਨਾਲ ਵਧੀਆ ਸੰਬੰਧ ਸੀ। ਅਦੀਨਾ ਬੇਗ ਤੇ ਇਹ ਦੀਵਾਨ ਕੌੜਾ ਮੱਲ ਨੇ ਮੀਰ ਮੰਨੂ ਅਤੇ ਸਿੱਖਾਂ ਦੇ ਵਿਚਕਾਰ ਇੱਕ ਸਮਝੌਤਾ ਕਰਵਾ ਦਿੱਤਾ, ਸੰਧੀ ਕਰਵਾ ਦਿੱਤੀ। ਪਹਿਲਾਂ ਵੀ ਇੱਕ ਸਮਝੌਤਾ ਹੋਇਆ ਸੀਗਾ 1733 ਦੇ ਵਿੱਚ, ਜਦੋਂ ਨਵਾਬੀ ਭੇਜੀ ਗਈ ਸੀ ਸਿੱਖਾਂ ਨੂੰ ਜ਼ਕਰੀਆ ਖਾਨ ਵੱਲੋਂ। ਉਹ ਸਮਝੌਤਾ ਵੀ 4 ਕੁ ਮਹੀਨਿਆਂ ਬਾਅਦ ਹੀ ਖਤਮ ਹੋ ਗਿਆ ਸੀ। ਹੁਣ ਇਹ ਦੁਬਾਰੇ ਫੇਰ ਇੱਕ ਸਮਝੌਤਾ ਹੋਣ ਲੱਗਿਆ। ਮੀਰ ਮੰਨੂ ਅਤੇ ਸਿੱਖਾਂ ਦੇ ਵਿਚਕਾਰ ਸਮਝੌਤਾ ਕਰਵਾ ਦਿੱਤਾ ਅਦੀਨਾ ਬੇਗ ਤੇ ਦੀਵਾਨ ਕੌੜਾ ਮੱਲ ਨੇ। ਤੇ ਅਦੀਨਾ ਬੇਗ ਨੇ ਇਹ ਵੀ ਐਲਾਨ ਕਰ ਦਿੱਤਾ ਵੀ ਮੈਂ ਆਪਣੀ ਫੌਜ ਦੇ ਵਿੱਚ ਬੰਦੇ ਭਰਤੀ ਕਰਨੇ ਆ, ਤੇ ਜੇ ਸਿੱਖ ਚਾਹੁੰਦੇ ਆ ਤਾਂ ਮੇਰੀ ਫੌਜ ਦੇ ਵਿੱਚ ਸਿਪਾਹੀ ਭਰਤੀ ਹੋ ਸਕਦੇ ਆ। ਇਹ ਪਹਿਲੀ ਵਾਰ ਹੋਣ ਲੱਗਿਆ ਵੀ ਇੱਕ ਮੁਗਲ ਵਿਅਕਤੀ ਆਪਣੀ ਫੌਜ ਦੇ ਵਿੱਚ ਬੰਦੇ ਭਰਤੀ ਕਰ ਰਹੇ ਆ, ਤੇ ਉਹਨੇ ਸਿੱਖਾਂ ਨੂੰ ਇਹ ਆਫਰ ਦਿੱਤਾ ਵੀ ਤੁਸੀਂ ਮੇਰੀ ਫੌਜ ਵਿੱਚ ਸਿਪਾਹੀ ਭਰਤੀ ਹੋ ਸਕਦੇ ਹੋ। ਤੇ ਉਸ ਸਮੇਂ ਜੱਸਾ ਸਿੰਘ ਰਾਮਗੜੀਆ ਕੁਝ ਸਿੱਖਾਂ ਨੂੰ ਲੈ ਕੇ ਇਹਦੀ ਫੌਜ ਦੇ ਵਿੱਚ ਭਰਤੀ ਹੋ ਗਿਆ। ਇਹ ਨਿਘਾਰ ਵਾਲੀ ਗੱਲ ਹੈ। ਮੈਂ ਪਹਿਲਾਂ ਇਹ ਜ਼ਿਕਰ ਕਰਕੇ ਆਇਆ ਨਾ ਵੀ ਜਦੋਂ ਮਿਸਲਾਂ ਬਣ ਗਈਆਂ ਫਿਰ ਸਿੱਖਾਂ ਦੇ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਜੱਸਾ ਸਿੰਘ ਰਾਮਗੜੀਆ ਤੇ ਕੁਝ ਨਾਲ ਜੋ ਇਹਦੇ ਨਾਲ ਸਿੱਖ ਸਹਿਮਤ ਸਨ, ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਦੁਸ਼ਮਣ ਦੀ ਫੌਜ ਦੇ ਵਿੱਚ ਸਿਪਾਹੀ ਭਰਤੀ ਹੋ ਗਿਆ। ਕਿਉਂ ਭਰਤੀ ਹੋ ਗਿਆ, ਇਹਦਾ ਕਾਰਨ ਕੀ ਹੈ? ਇਹ ਲਿਖਤੀ ਰੂਪ ਦੇ ਵਿੱਚ ਕਿਸੇ ਕਿਤਾਬ ਦੇ ਵਿੱਚ ਕਿਸੇ ਵੀ ਰਾਈਟਰ ਨੇ ਇਹ ਜ਼ਿਕਰ ਨਹੀਂ ਕੀਤਾ। ਇਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਭਰਤੀ ਹੋਇਆ, ਅਸਲ ਦੇ ਵਿੱਚ ਸਿੱਖ ਕੌਮ ਨੇ ਜੱਸਾ ਸਿੰਘ ਰਾਮਗੜੀਏ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਸੀ ਵੀ ਇਹਦੇ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ। ਛੇਕਿਆ ਕਿਉਂ? ਕਿਉਂਕਿ ਜੱਸਾ ਸਿੰਘ ਰਾਮਗੜੀਆ ਦੇ ਘਰ ਦੇ ਵਿੱਚ ਇੱਕ ਲੜਕੀ ਪੈਦਾ ਹੋਈ, ਉਹ ਲੜਕੀ ਮਰ ਗਈ
ਤੇ ਇਹਦੇ ਉੱਪਰ ਇੱਕ ਝੂਠਾ ਇਲਜ਼ਾਮ ਲੱਗ ਗਿਆ ਵੀ ਇਹਨੇ ਲੜਕੀ ਆਪ ਮਾਰੀ ਹੈ, ਵੀ ਇਸ ਨੇ ਲੜਕੀ ਮਾਰ ਦਿੱਤੀ ਹੈ। ਜਦੋਂ ਜਨਮ ਹੋ ਗਿਆ ਇਹਨੇ ਬਾਅਦ ਵਿੱਚ ਉਹਨੂੰ ਮਾਰ ਦਿੱਤਾ ਵੀ ਲੜਕੀ ਨਹੀਂ ਚਾਹੀਦੀ। ਪਰ ਅਸਲ ਦੇ ਵਿੱਚ ਉਹ ਜੱਸਾ ਸਿੰਘ ਰਾਮਗੜੀਏ ਨੇ ਲੜਕੀ ਮਾਰੀ ਨਹੀਂ ਸੀ, ਉਹਦੇ ਉੱਪਰ ਝੂਠਾ ਦੋਸ਼ ਲੱਗ ਗਿਆ। ਤੇ ਸਿੱਖਾਂ ਨੇ ਕੀ ਕੀਤਾ, ਕਿਉਂਕਿ ਸਾਡੀ ਰਹਿਤ ਮਰਜ਼ਾਦਾ 'ਚ ਲਿਖਿਆ ਵੀ ਕੁੜੀ ਮਾਰ ਦੇ ਨਾਲ ਵਰਤਣਾ ਨਹੀਂ, ਤੇ ਸਿੱਖਾਂ ਨੇ ਇਹਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਵੀ ਸਿੱਖਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ, ਇਹ ਕੁੜੀ ਮਾਰ ਹੈ। ਇਹ ਝੂਠਾ ਦੋਸ਼ ਲੱਗਿਆ ਸੀ ਜੱਸਾ ਸਿੰਘ ਰਾਮਗੜੀਏ ਤੇ ਇਸ ਕਰਕੇ ਇਤਿਹਾਸ ਦੇ ਵਿੱਚ ਇਹਦਾ ਕਿਤੇ ਜ਼ਿਕਰ ਨਹੀਂ ਆਉਂਦਾ ਕਿਸੇ ਵੀ ਕਿਤਾਬ ਦੇ ਅੰਦਰ। ਇਹ ਇੱਕ ਐਵੇਂ ਗੱਲ ਪ੍ਰਚਲਿਤ ਹੋ ਗਈ, ਝੂਠਾ ਇਲਜ਼ਾਮ ਲੱਗ ਗਿਆ ਉਸ ਦੇ ਉੱਪਰ। ਤੇ ਜਦੋਂ ਪੰਥ ਵਿੱਚੋਂ ਛੇਕ ਦਿੱਤਾ ਉਹ ਇਕੱਲਾ ਰਹਿ ਗਿਆ। ਕੁਝ ਕੁ ਸਿੱਖ ਉਹਦੇ ਨਾਲ ਸਹਿਮਤ ਸੀ ਵੀ ਇਹ ਇਸ ਤਰ੍ਹਾਂ ਨਹੀਂ ਕਰ ਸਕਦਾ, ਤੇ ਇਹ ਸਾਰੇ ਜਾ ਕੇ ਉਹਨਾਂ ਦੀ ਫੌਜ ਵਿੱਚ ਭਰਤੀ ਹੋ ਗਏ, ਅਦੀਨਾ ਬੇਗ ਦੀ ਫੌਜ ਦੇ ਵਿੱਚ। ਕੁਝ ਸਮੇਂ ਬਾਅਦ ਇਹ ਸੰਧੀ ਖਤਮ ਹੋ ਗਈ, ਸਮਝੌਤਾ ਟੁੱਟ ਗਿਆ। ਮੀਰ ਮੰਨੂ ਨੇ ਅਦੀਨਾ ਬੇਗ ਨੂੰ ਹੁਕਮ ਦੇ ਦਿੱਤਾ ਵੀ ਤੂੰ ਅੰਮ੍ਰਿਤਸਰ ਦੇ ਵਿੱਚ ਜਿਹੜੀ ਰਾਮ ਰੌਣੀ ਬਣਾਈ ਹੈ, ਬਾਅਦ ਦੇ ਵਿੱਚ ਇਹਨੂੰ ਕਿਲੇ ਦਾ ਰੂਪ ਵੀ ਦਿੱਤਾ ਗਿਆ, ਫਿਰ ਇਹ ਰਾਮਗੜੀਆ ਕਿਲਾ ਵੀ ਕਹਿਲਾਇਆ, ਇਹਦੇ ਉੱਪਰ ਹਮਲਾ ਕਰ। ਅਦੀਨਾ ਬੇਗ ਨੇ ਅੰਮ੍ਰਿਤਸਰ ਜੋ ਰਾਮ ਰੌਣੀ ਬਣਾਈ ਹੈ ਦਰਬਾਰ ਸਾਹਿਬ ਤੋਂ 2 ਕਿਲੋਮੀਟਰ ਦੂਰੀ ਤੇ, ਉਸ ਦੇ ਉੱਪਰ ਹਮਲਾ ਕੀਤਾ। ਅਦੀਨਾ ਬੇਗ ਦੀ ਫੌਜ ਦੇ ਵਿੱਚ ਹੁਣ ਰਾਮਗੜੀਆ ਵੀ ਹੈ, ਜੱਸਾ ਸਿੰਘ ਰਾਮਗੜੀਆ, ਕੁਝ ਸਿੱਖ ਵੀ ਹੈ। ਅੰਦਰ ਸਿੱਖਾਂ ਨੂੰ ਘੇਰਾ ਪਾ ਲਿਆ ਗਿਆ, ਬਾਹਰ ਵੀ ਸਿੱਖ ਨੇ ਫੌਜ ਦੇ ਵਿੱਚ, ਅਦੀਨਾ ਬੇਗ ਦੀ ਫੌਜ ਦੇ ਵਿੱਚ ਅੰਦਰ ਵੀ ਸਿੱਖ ਨੇ। ਕਈ ਮਹੀਨੇ ਇਹ ਘੇਰਾ ਪਿਆ ਰਿਹਾ, ਅੰਦਰ ਦਾ ਰਾਸ਼ਨ ਪਾਣੀ ਵੀ ਖਤਮ ਹੋ ਗਿਆ, ਅੰਦਰ ਜੋ ਜ਼ਿੰਦਗੀ ਜਿਉਣੀ ਹੈ ਉਹ ਦੁੱਬਰ ਹੋ ਗਈ। ਆਖਰ ਸਿੱਖ ਕੀ ਕਰਦੇ ਹੈ, 5-7 ਸਿੱਖ ਇਕੱਠੇ ਜਥਾ ਬਣਾ ਕੇ ਬਾਹਰ ਨਿਕਲਦੇ ਹੈ, ਮੁਕਾਬਲਾ ਕਰਦੇ ਆ, ਥੋੜ੍ਹਾ ਬਹੁਤਾ ਰਾਸ਼ਨ ਪਾਣੀ ਲੈ ਕੇ ਵਾਪਸ ਆਉਂਦੇ ਆ ਉਸ ਕਿਲੇ ਦੇ ਅੰਦਰ, ਰਾਮ ਰੌਣੀ ਦੇ ਅੰਦਰ। ਇਸ ਤਰ੍ਹਾਂ ਗੁਜ਼ਾਰਾ ਹੋ ਰਿਹਾ। ਜੱਸਾ ਸਿੰਘ ਰਾਮਗੜੀਆ ਬਾਹਰਲੀ ਫੌਜ ਦੇ ਵਿੱਚ ਹੈ ਸਿੱਖਾਂ ਦੇ ਖਿਲਾਫ। ਜੱਸਾ ਸਿੰਘ ਰਾਮਗੜੀਆ ਇੱਕ ਦਿਨ ਆਪਣੀ ਤੀਰ ਦੇ ਨਾਲ ਇੱਕ ਪੱਤਰ ਬੰਨ੍ਹ ਕੇ ਉਹ ਰਾਮ ਰੌਣੀ ਕਿਲੇ ਦੇ ਵਿੱਚ ਭੇਜਦਾ, ਤੀਰ ਨੂੰ ਛੱਡਦਾ, ਕਮਾਨ 'ਤੇ ਚੜ੍ਹਾ ਕੇ ਅੰਦਰ ਆਉਂਦਾ। ਉਹ ਸਿੱਖ ਹੈ ਜਿਹੜੇ ਅੰਦਰਲੇ, ਉਹ ਉਸ ਤੀਰ ਨੂੰ ਚੁੱਕ ਕੇ ਜੋ ਉਹਦੇ ਨਾਲ ਪੱਤਰ ਬੰਨਿਆ ਹੋਇਆ ਉਸ ਨੂੰ ਪੜ੍ਹਦੇ ਹੈ। ਉਸ ਦੇ ਉੱਪਰ ਜੱਸਾ ਸਿੰਘ ਰਾਮਗੜੀਏ ਵੱਲੋਂ ਲਿਖਿਆ ਗਿਆ ਵੀ ਮੈਨੂੰ ਆਪਣੇ ਸਿੱਖ ਭਰਾਵਾਂ ਦਾ ਦਰਦ ਵੇਖਿਆ ਨਹੀਂ ਜਾਂਦਾ, ਵੀ ਅੰਦਰ ਰਹਿਣਾ ਬਹੁਤ ਔਖਾ ਹੋਇਆ ਪਿਆ, ਬਾਹਰ ਫੌਜ ਹੈ, ਤੇ ਮੈਂ ਆਪਣੇ ਸਿੱਖ ਭਰਾਵਾਂ ਦੇ ਨਾਲ ਜੰਗ ਵੀ ਨਹੀਂ ਕਰ ਸਕਦਾ, ਭਾਵੇਂ ਮੈਂ ਵਿਰੋਧੀ ਫੌਜ ਦੇ ਵਿੱਚ ਘੇਰਾ ਪਾ ਕੇ ਬੈਠਾ। ਜੇਕਰ ਤੁਸੀਂ ਮੈਨੂੰ ਆਪਣੇ ਵਿੱਚ ਰਲਾ ਲਵੋ ਤਾਂ ਮੈਂ ਤੁਹਾਡੇ ਵਾਲੇ ਪਾਸੇ ਆ ਜਾਂਦਾ। ਇਹਨੂੰ ਪੰਥ ਵਿੱਚੋਂ ਛੇਕਿਆ ਹੋਇਆ ਨਾ, ਸਿੱਖ ਨਹੀਂ ਰਲਾ ਰਹੇ। ਉਹਨੇ ਆਪਣੇ ਵੱਲੋਂ ਇੱਕ ਬੇਨਤੀ ਕੀਤੀ ਹੈ ਵੀ ਮੈਨੂੰ ਆਪਣੇ ਵਿੱਚ ਸ਼ਾਮਲ ਕਰੋ, ਫਿਰ ਆਪਾਂ ਇਹਨਾਂ ਦੇ ਘੇਰੇ ਨੂੰ ਖਤਮ ਕਰ ਸਕਦੇ ਹਾਂ। ਤੇ ਭਾਵੇਂ ਮੈਂ ਬਾਹਰ ਬੈਠਾ ਜ਼ਰੂਰ ਹੈ ਤੁਹਾਨੂੰ ਘੇਰਾ ਪਾ ਕੇ, ਪਰ ਮੇਰਾ ਮਨ ਨਹੀਂ ਮੰਨਦਾ ਵੀ ਮੈਂ ਤੁਹਾਡਾ ਕਤਲ ਕਰਾਂ, ਤੁਹਾਨੂੰ ਸ਼ਹੀਦ ਕਰਾਂ, ਤੁਹਾਡੇ 'ਤੇ ਹਮਲਾ ਕਰਾਂ। ਜਿਹੜੇ ਅੰਦਰਲੇ ਸਿੱਖ ਹੁੰਦੇ ਆ ਉਹ ਸਹਿਮਤੀ ਪ੍ਰਗਟਾ ਦਿੰਦੇ ਆ ਵੀ ਹਾਂ ਅਸੀਂ ਤੈਨੂੰ ਆਪਣੇ ਵਿੱਚ ਰਲਾ ਲਿਆ। ਫਿਰ ਜੋ ਕਿ ਇੱਥੇ ਇੱਕ ਜੰਗ ਹੁੰਦੀ ਹੈ, ਜੱਸਾ ਸਿੰਘ ਰਾਮਗੜੀਆ ਦੁਆਰੇ ਉਹ ਅਦੀਨਾ ਬੇਗ ਦੀ ਫੌਜ ਨੂੰ ਛੱਡ ਕੇ ਸਿੱਖਾਂ ਦੇ ਵਿੱਚ ਰਲ ਜਾਂਦਾ ਹੈ। ਅਦੀਨਾ ਬੇਗ ਦੀ ਫੌਜ ਦੇ ਨਾਲ ਜੰਗ ਕੀਤੀ ਜਾਂਦੀ ਹੈ ਤੇ ਸਿੱਖ ਇਹ ਘੇਰਾ ਤੋੜ ਕੇ ਆਨੰਦਪੁਰ ਵਾਲੇ ਇਲਾਕੇ ਵੱਲ ਚਲੇ ਜਾਂਦੇ ਹੈ। ਇਹ ਘਟਨਾ 1748 ਈਸਵੀ ਦੀਆਂ ਹੀ ਹਨ ਸਾਰੀਆਂ। ਤੇ ਮੀਰ ਮੰਨੂ ਵੱਲੋਂ ਜੋ ਸਮਝੌਤਾ ਕੀਤਾ ਗਿਆ ਸੀ ਉਹ ਤਾਂ ਖਤਮ ਹੋ ਗਿਆ। ਅਦੀਨਾ ਬੇਗ ਦੀ ਫੌਜ ਦੇ ਵਿੱਚ ਜਿਹੜੇ ਸਿੱਖ ਭਰਤੀ ਹੋਏ ਸੀ ਉਹ ਵੀ ਦੁਬਾਰੇ ਸਿੱਖਾਂ ਵਿੱਚ ਜਾ ਰਲੇ। ਤੇ ਮੀਰ ਮੰਨੂ ਵੱਲੋਂ ਬਹੁਤ ਜ਼ਿਆਦਾ ਤਸੱਦਦ ਕੀਤਾ ਜਾਂਦਾ ਹੈ। ਇਸ ਨੇ ਆਪਣੇ ਵੱਲੋਂ ਜੋ ਫੌਜ ਭੇਜੀ ਹੈ ਨਾ, ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਸਿੱਖਾਂ ਨੂੰ ਪਕੜੋ
ਗ੍ਰਿਫਤਾਰ ਕਰੋ, ਉਹਨਾਂ ਦੇ ਕੇਸ ਕਤਲ ਕਰੋ, ਬਾਅਦ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰੋ। ਇਸ ਨੇ ਆਪਣੀ ਫੌਜ ਨੂੰ ਇਹ ਵੀ ਹਦਾਇਤ ਦੇ ਦਿੱਤੀ ਹੈ ਵੀ ਜੋ ਸਿੱਖ ਬੀਬੀਆਂ ਨੇ ਘਰਾਂ ਦੇ ਵਿੱਚ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ। ਇਸ ਨੇ ਆਪਣੇ ਵੱਲੋਂ ਬਹੁਤ ਜ਼ਿਆਦਾ ਜੋ ਸਿੱਖ ਬੀਬੀਆਂ, ਛੋਟੇ ਬੱਚੇ ਸਨ, ਉਹਨਾਂ ਨੂੰ ਗ੍ਰਿਫਤਾਰ ਕਰਕੇ ਇਹ ਆਪਣੀ ਜੇਲ੍ਹ ਦੇ ਵਿੱਚ ਲੈ ਗਿਆ। ਤੇ ਮੀਰ ਮੰਨੂ ਉਸ ਸਮੇਂ ਸਿੱਖ ਬੀਬੀਆਂ ਨੂੰ ਸਵਾਲ ਕਰਦਾ ਹੈ ਵੀ ਅਸੀਂ ਬੜੇ ਲੰਬੇਰੇ ਸਮੇਂ ਤੋਂ ਸਿੱਖਾਂ ਨੂੰ ਖਤਮ ਕਰ ਰਹੇ ਹਾਂ, ਅਨੇਕਾਂ ਸਿੱਖ ਅਸੀਂ ਮਾਰ ਮੁਕਾ ਦਿੱਤੇ ਹੈ, ਸਿਰਾਂ ਦੇ ਇਨਾਮ ਰੱਖ ਦਿੱਤੇ ਹੈ, ਪਰ ਫਿਰ ਵੀ ਸਿੱਖ ਖਤਮ ਨਹੀਂ ਹੋ ਰਹੇ। ਤੁਸੀਂ ਪਤਾ ਨਹੀਂ ਕੀ ਉਹਨਾਂ ਨੂੰ ਸਿਖਾਉਣੀ ਹੋ, ਗੁੜਤੀ ਪਤਾ ਨਹੀਂ ਬਚਪਨ ਦੇ ਵਿੱਚ ਕਿਸ ਤਰ੍ਹਾਂ ਦੀ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ ਕਿ ਸਿੱਖ ਨੌਜਵਾਨ ਜੰਗਲ ਦੇ ਵਿੱਚ ਰਹਿਣਾ, ਭੁੱਖਾ ਰਹਿ ਕੇ ਆਪਣਾ ਜੀਵਨ ਗੁਜ਼ਾਰਨਾ, ਅਨੇਕਾਂ ਮੁਸੀਬਤਾਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਣਾ ਜੀਵਨ ਗੁਜ਼ਾਰਨਾ, ਇਸ ਨੂੰ ਤਾਂ ਸਵੀਕਾਰ ਕਰਦਾ, ਪਰ ਸਿੱਖੀ ਨੂੰ ਤਿਲਾਂਜਲੀ ਨਹੀਂ ਦਿੰਦਾ, ਆਪਣੇ ਸਿਧਾਂਤਾਂ ਨੂੰ ਨਹੀਂ ਛੱਡਦਾ। ਪਤਾ ਨਹੀਂ ਕਿਹੋ ਜਿਹੀ ਗੁੜਤੀ ਦਿੱਤੀ ਜਾਂਦੀ ਹੈ ਤੁਹਾਡੇ ਵੱਲੋਂ। ਤੇ ਨਹੀਂ ਤਾਂ ਅਸੀਂ ਇੰਨਾ ਤਸੱਦਦ ਕੀਤਾ ਹੈ ਵੀ ਜੋ ਬਾਕੀ ਦੇ ਸਿੱਖ ਹੈ ਉਹਨਾਂ ਵੱਲੋਂ ਤਾਂ ਆਪਣੇ ਆਪ ਕਹਿ ਦਿੱਤਾ ਜਾਣਾ ਚਾਹੀਦਾ ਵੀ ਅਸੀਂ ਸਿੱਖੀ ਸਿਧਾਂਤ ਛੱਡੇ। ਤੁਸੀਂ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਵਿੱਚ ਘੋਲ ਕੇ ਪਾ ਦਿੰਦੇ ਹੋ। ਤੇ ਅਸੀਂ ਹੁਣ ਤੁਹਾਡੇ ਤੇ ਨਾ ਇੰਨਾ ਕੁ ਜ਼ਿਆਦਾ ਕਹਿਰ ਕਰਾਂਗੇ ਵੀ ਤੁਸੀਂ ਅੱਗੇ ਤੋਂ ਕਿਸੇ ਬੱਚੇ ਨੂੰ ਸਿੱਖੀ ਦੇ ਪ੍ਰਤੀ ਇਸ ਤਰ੍ਹਾਂ ਦੀ ਗੁੜਤੀ ਨਹੀਂ ਦਿਓਗੀਆਂ ਵੀ ਉਹ ਸਿੱਖ ਸਿਧਾਂਤਾਂ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਅਪਣਾ ਕੇ ਰੱਖੇ। ਤੇ ਇਸ ਦੇ ਵੱਲੋਂ ਇੰਨਾ ਕੁ ਜ਼ਿਆਦਾ ਕਹਿਰ ਕੀਤਾ ਗਿਆ। ਉਸ ਸਮੇਂ ਸਵਾ ਮਨ ਜੋ ਕਣਕ ਹੈ, ਅਨਾਜ ਹੈ, ਉਹ ਪਿਹਾਇਆ ਜਾਂਦਾ ਹੈ ਸਿੱਖ ਬੀਬੀਆਂ ਦੇ ਵੱਲੋਂ। ਇਹ ਮੈਂ ਬੇਨਤੀ ਕਰ ਦੇਵਾਂ, ਬਾਦਸ਼ਾਹ ਕੋਈ ਵੀ ਹੋਵੇ, ਕੋਈ ਵੀ ਸੂਬੇਦਾਰ ਹੈ, ਉਹਦੀ ਆਪਣੀ ਫੌਜ ਰੱਖੀ ਹੋਈ ਹੈ ਤੇ ਉਸ ਫੌਜ ਦੇ ਲਈ ਭੋਜਨ ਦਾ ਪ੍ਰਬੰਧ ਵੀ ਕਰਨਾ। ਤੇ ਅੱਜ ਦੀ ਤਰ੍ਹਾਂ ਚੱਕੀਆਂ ਤਾਂ ਨਹੀਂ ਸਨ, ਹੱਥੀਂ ਹੀ ਆਟਾ ਪੀਹਿਆ ਜਾਂਦਾ ਸੀ। ਤੇ ਉਹ ਆਟਾ ਫਿਰ ਕੌਣ ਪੀਂਦਾ ਸੀ? ਜਿਹੜੇ ਜੇਲ੍ਹ ਦੇ ਵਿੱਚ ਕੈਦੀ ਹੁੰਦੇ ਸਨ, ਕੈਦੀਆਂ ਦੇ ਕੋਲੋਂ ਉਹ ਚੱਕੀਆਂ ਚਲਵਾਈਆਂ ਜਾਂਦੀਆਂ, ਉਹ ਆਟਾ ਪੀਂਦੇ ਸਾਰਾ ਸਾਰਾ ਦਿਨ ਤੇ ਫੌਜ ਦੇ ਲਈ ਉਹ ਆਟੇ ਦਾ ਭੋਜਨ ਤਿਆਰ ਕੀਤਾ ਜਾਂਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਬਰ ਵੱਲੋਂ, ਗੁਰੂ ਨਾਨਕ ਸਾਹਿਬ ਤੋਂ ਵੀ ਆਟਾ ਪਿਹਾਇਆ ਗਿਆ ਸੀਗਾ ਜੇਲ੍ਹ ਦੇ ਵਿੱਚ। ਤੇ ਇਹ ਸਿੱਖ ਬੀਬੀਆਂ ਵੱਲੋਂ ਵੀ ਆਟਾ ਪਿਹਾਇਆ ਜਾਂਦਾ ਹੈ। ਸਵਾ ਮਣ 40 ਸੇਰ ਆਟਾ ਬਣਦਾ। ਕੇਵਲ ਆਟਾ ਹੀ ਨਹੀਂ ਪਿਹਾਇਆ ਜਾਂਦਾ ਤੇ ਖਾਣ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ। ਇੱਕ ਖੰਨਾ ਰੋਟੀ ਦਾ ਤੇ ਥੋੜ੍ਹਾ ਜਿਹਾ ਪਾਣੀ 24 ਘੰਟਿਆਂ ਦੇ ਦੌਰਾਨ। ਇੱਕ ਖੰਨਾ ਰੋਟੀ ਦਾ ਚੌਥਾ ਹਿੱਸਾ ਹੁੰਦਾ। ਅੱਧੀ ਰੋਟੀ ਵਿੱਚੋਂ ਅੱਧੀ ਰੋਟੀ ਨੂੰ ਖੰਨਾ ਕਿਹਾ ਜਾਂਦਾ ਹੈ। ਹੁਣ ਇੰਨਾ ਕੁ ਭੋਜਨ ਦਿੱਤਾ ਜਾਣਾ, ਥੋੜ੍ਹਾ ਜਿਹਾ ਪਾਣੀ ਤੇ ਫਿਰ ਸਾਰਾ ਦਿਨ ਆਟਾ ਪੀਣਾ, ਇਹ ਤਾਂ ਬਹੁਤ ਵੱਡਾ ਤਸੀਹ ਹੈ। ਭੁੱਖੇ ਰਹਿ ਕੇ ਕਿਵੇਂ ਆਟਾ ਪੀਹਿਆ ਜਾਵੇਗਾ? ਜਿਹੜੀਆਂ ਬਜ਼ੁਰਗ ਬੀਬੀਆਂ ਸਨ ਜਿਨ੍ਹਾਂ ਤੋਂ ਆਟਾ ਨਹੀਂ ਪੀਹਿਆ ਜਾਂਦਾ, ਮੀਰ ਮੰਨੂ ਵੱਲੋਂ ਉਹਨਾਂ ਦੀ ਛਾਤੀ ਤੇ ਬਹੁਤ ਭਾਰਾ ਪੱਥਰ ਵੀ ਰੱਖ ਦਿੱਤਾ ਜਾਂਦਾ, ਇਹ ਤਸੀਹਾ ਦਿੱਤਾ ਜਾਂਦਾ। ਤੇ ਨਾਲ ਜੇਲ੍ਹ ਦੇ ਵਿੱਚ ਸਿੱਖ ਬੀਬੀਆਂ ਦੇ ਨਾਲ ਛੋਟੇ ਛੋਟੇ ਬੱਚੇ ਵੀ ਹੈ। ਹੁਣ ਉਹ ਜਿਹੜਾ ਇੱਕ ਖੰਨਾ ਮਿਲਿਆ ਉਹ ਆਪ ਖਾਣ ਜਾਂ ਬੱਚੇ ਨੂੰ ਖਵਾਉਣ, ਇਹ ਵੀ ਮੁਸ਼ਕਲ ਬਣੀ ਹੋਈ ਹੈ। ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਇੱਕ ਘਟਨਾ ਘਟਦੀ ਹੈ ਜਿਸ ਨੂੰ ਬਹੁਤ ਸੁਣਾਇਆ ਜਾਂਦਾ। ਇੱਕ ਸਾਖੀ ਹੈ। ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਇੱਕ ਸਿੱਖ ਬੀਬੀ ਆਪਣੇ ਬੱਚੇ ਨੂੰ ਗੋਦ ਦੇ ਵਿੱਚ ਲੈ ਕੇ ਬੈਠੀ ਹੈ। ਉਹਦੇ ਕੋਲ ਹੁਣ ਇੱਕ ਖੰਨਾ ਰੋਟੀ ਦਾ। ਉਹ ਆਪਣੇ ਬੱਚੇ ਨੂੰ ਛੋਟੀਆਂ ਛੋਟੀਆਂ ਬੁਰਕੀਆਂ ਕਰਕੇ ਨਾ ਹੌਲੀ ਹੌਲੀ ਬੱਚੇ ਨੂੰ ਉਹ ਭੋਜਨ ਛਕਾ ਰਹੀ ਹੈ, ਰੋਟੀ ਛਕਾ ਰਹੀ ਹੈ। ਉਹ ਇੰਨੀਆਂ ਛੋਟੀਆਂ ਬੁਰਕੀਆਂ ਕਿਉਂ ਕਰ ਰਹੀ ਹੈ? ਵੀ ਜਿੰਨਾ ਜ਼ਿਆਦਾ ਇੰਤਜ਼ਾਰ ਲੱਗੇਗਾ, ਸਮਾਂ ਲੱਗੇਗਾ ਰੋਟੀ ਖਾਣ 'ਤੇ ਜ਼ਿਆਦਾ, ਉਨਾ ਹੀ ਮੇਰੇ ਬੱਚੇ ਨੂੰ ਸਬਰ ਆ ਜਾਣਾ ਵੀ ਮੈਂ ਬਹੁਤ ਰੋਟੀ ਖਾ ਲਈ ਹੈ। ਜਦੋਂ ਲੰਬੇਰਾ ਸਮਾਂ ਲੱਗੇਗਾ ਇਹਨੂੰ ਸਬਰ ਆ ਜਾਣਾ ਵੀ ਮੈਂ ਬਹੁਤ ਰੋਟੀ ਖਾ ਲਈ ਹੈ।
ਤੇ ਪਾਣੀ ਵੀ ਉਸ ਨੂੰ ਬਹੁਤ ਛੋਟੀ ਘੁੱਟ ਦੇ ਵਿੱਚ ਪਿਆ ਰਹੀ ਹੈ ਮਾਤਾ ਸੰਭਲ ਸੰਭਲ ਕੇ। ਅਹਿਲਕਾਰ ਵੇਖ ਰਹੇ ਹੈ ਵੀ ਇਹ ਡੋਲ ਕਿਉਂ ਨਹੀਂ ਰਹੀਆਂ। ਉਹਨਾਂ ਨੇ ਜਾ ਕੇ ਮੀਰ ਮੰਨੂ ਨੂੰ ਦੱਸਿਆ ਵੀ ਇਹ ਨਹੀਂ ਡੋਲਣਗੀਆਂ, ਇਹਨਾਂ ਦਾ ਰੋਟੀ ਖਾਣ ਦੀ ਤਰੀਕਾ ਇਸ ਤਰ੍ਹਾਂ ਦਾ ਵੀ ਇਹਨਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਰੋਟੀ ਖਾ ਲਈ ਹੈ। ਮੀਰ ਮੰਨੂ ਅਹਿਲਕਾਰ ਦੇ ਕਹਿਣ ਤੇ ਜੇਲ੍ਹ ਦੇ ਵਿੱਚ ਆਉਂਦਾ। ਉਹ ਸਿੱਖ ਬੀਬੀ ਨੂੰ ਵੇਖਦਾ, ਜਿਹੜਾ ਬੱਚਾ ਉਹਦੀ ਗੋਦ ਦੇ ਵਿੱਚ ਹੈ ਉਸ ਬੱਚੇ ਨੂੰ ਧੱਕੇ ਦੇ ਨਾਲ ਖੋਹਿਆ ਜਾਂਦਾ ਹੈ ਤੇ ਦੋ ਬੰਦੇ ਖੜਾਏ ਹੋਏ ਹੈ ਮੀਰ ਮੰਨੂ ਦੇ ਵੱਲੋਂ ਸਿਪਾਹੀ। ਮੀਰ ਮੰਨੂ ਕ੍ਰੋਧ ਦੇ ਵਿੱਚ ਆ ਕੇ ਉਹ ਬੱਚੇ ਨੂੰ ਹਵਾ ਦੇ ਵਿੱਚ ਉਛਾਲ ਦਿੰਦਾ। ਤਾਂ ਇੱਕ ਸਿਪਾਹੀ ਕੀ ਕਰਦਾ ਹੈ, ਜਦੋਂ ਬੱਚਾ ਹੇਠਾਂ ਆਉਂਦਾ ਹੈ ਕਿਰਪਾਨ ਦੇ ਨਾਲ ਵਾਰ ਕਰਦਾ, ਜਿਸ ਦੇ ਨਾਲ ਉਹ ਬੱਚੇ ਦਾ ਸਿਰ ਧੜ ਤੋਂ ਅਲੱਗ ਹੋ ਜਾਂਦਾ, ਪਰਾਂ ਜਾ ਕੇ ਡਿੱਗਦਾ। ਦੂਸਰਾ ਸਿਪਾਹੀ ਕੀ ਕਰਦਾ, ਜਿਹੜੀ ਉਹ ਧੜ ਤੜਫ ਰਹੀ ਹੈ ਨਾ ਬੱਚੇ ਦੀ, ਮਾਸੂਮ ਬੱਚੇ ਦੀ, ਉਹਦੀ ਛਾਤੀ ਦੇ ਵਿੱਚ ਵਰਸ਼ਾ ਮਾਰ ਕੇ ਚੰਗੀ ਤਰ੍ਹਾਂ ਖੁਬੋ ਕੇ ਆਂਦਰਾਂ ਬਾਹਰ ਕੱਢਦਾ। ਉਹ ਆਂਦਰਾਂ ਉਸ ਸਿੱਖ ਬੀਬੀ ਦੇ ਗਲ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਤੇ ਉਹ ਜਿਹੜਾ ਬੱਚੇ ਦਾ ਸਿਰ ਉਹਦੀ ਬੁੱਕਲ ਦੇ ਵਿੱਚ ਰੱਖ ਦਿੱਤਾ ਜਾਂਦਾ ਤੇ ਬੱਚੇ ਦੇ ਸਰੀਰ ਦੇ ਟੋਟੇ ਕਰਕੇ ਇੱਕ ਹਾਰ ਬਣਾ ਕੇ ਉਹ ਸਿੱਖ ਬੀਬੀਆਂ ਦੇ ਗਲਾਂ ਦੇ ਵਿੱਚ ਪਾ ਦਿੱਤੇ ਜਾਂਦੇ ਆ। ਤੇ ਮੀਰ ਮੰਨੂ ਇਹ ਗੱਲ ਕਹਿੰਦਾ ਵੀ ਇੰਨੇ ਕੁ ਜ਼ਿਆਦਾ ਤੁਹਾਡਾ ਇੱਥੇ ਕਹਿਰ ਕੀਤੇ ਜਾਣਗੇ ਵੀ ਹੋ ਸਕਦਾ ਤੁਸੀਂ ਅੱਗੇ ਤਾਂ ਕਿਸੇ ਨੂੰ ਸਿੱਖੀ ਦੀ ਗੁੜਤੀ ਕੀ ਦੇਣੀ ਆ, ਆਪ ਹੀ ਤੁਸੀਂ ਕਹਿ ਦੇਵੋ ਵੀ ਬਸ ਸਾਥੋਂ ਹੋਰ ਕਹਿਰ ਨਹੀਂ ਸਹਾਰਿਆ ਜਾਂਦਾ, ਅਸੀਂ ਇਸਲਾਮ ਮਤ ਨੂੰ ਕਬੂਲ ਕਰਦੀਆਂ ਤੇ ਸਿੱਖ ਸਿਧਾਂਤਾਂ ਨੂੰ ਛੱਡਦੀਆਂ ਹਾਂ। ਇਸ ਤਰ੍ਹਾਂ ਦਾ ਕਹਿਰ ਕਰਕੇ ਨਾ ਇਹ ਚਲਿਆ ਜਾਂਦਾ ਮੀਰ ਮੰਨੂ। ਸ਼ਾਮ ਦਾ ਵਕਤ ਹੋ ਜਾਂਦਾ ਹੈ, ਸਿੱਖ ਬੀਬੀਆਂ ਰਲ ਕੇ ਰਹਿਰਾਸ ਸਾਹਿਬ ਦਾ ਪਾਠ ਕਰਦੀਆਂ ਤੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਦੇ ਵਿੱਚ ਇਹ ਬਚਨ ਬੋਲੇ ਜਾਂਦੇ ਆ ਸਿੱਖ ਬੀਬੀ ਵੱਲੋਂ ਬੋਲ ਕੇ ਕਿ ਸੱਚੇ ਪਾਤਸ਼ਾਹ ਜੀ 4 ਪਹਿਰ ਦਿਨ ਸੁੱਖ ਦੇ ਨਾਲ ਬਤੀਤ ਹੋਇਆ, ਰਾਤਰੀ ਆ ਰਹੀ ਹੈ ਆਪਣੇ ਭਾਣੇ ਦੇ ਵਿੱਚ ਬਤੀਤ ਕਰਵਾਉਣੀ। ਜਦੋਂ ਇਹ ਗੱਲ ਕਹੀ ਜਾਂਦੀ ਹੈ ਨਾ ਵੀ 4 ਪਹਿਰ ਸੁੱਖ ਦੇ ਨਾਲ ਬਤੀਤ ਕੀਤੇ ਗਏ ਆ, ਲੰਘ ਗਏ ਆ ਤੁਹਾਡੇ ਭਾਣੇ ਦੇ ਵਿੱਚ, ਉਸ ਸਮੇਂ ਜਿਹੜੇ ਅਹਿਲਕਾਰ ਇਹ ਅਰਦਾਸ ਸੁਣ ਰਹੇ ਆ ਨਾ, ਉਹ ਇੱਕ ਗੱਲ ਕਹਿੰਦੇ ਆ ਵੀ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇੱਕ ਮਾਤਾ ਦੇ ਲਈ ਉਹਦੇ ਬੱਚੇ ਦੇ ਉੱਪਰ ਕੋਈ ਮੁਸ਼ਕਲ ਆ ਜਾਣੀ, ਉਹਦੇ ਬੱਚੇ ਦੇ ਜੀਵਨ ਦੇ ਵਿੱਚ ਕੋਈ ਦੁੱਖ ਆ ਜਾਣੇ। ਤੇ ਤੁਹਾਡੇ ਬੱਚੇ ਤਾਂ ਅਸੀਂ ਤੁਹਾਡੇ ਸਾਹਮਣੇ ਸ਼ਹੀਦ ਕਰ ਦਿੱਤੇ ਐ, ਮਾਰ ਦਿੱਤੇ ਐ, ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਤੁਹਾਡੇ ਗਲਾਂ ਦੇ ਵਿੱਚ ਹਾਰ ਪਾ ਦਿੱਤਾ ਹੈ। ਜੇ ਅੱਜ ਦਾ ਦਿਨ ਵੀ ਸੁੱਖ ਦੇ ਵਿੱਚ ਬਤੀਤ ਹੋਇਆ ਨਾ ਤੁਹਾਡਾ, ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਸੀਂ ਦੁੱਖ ਪੈਦਾ ਹੀ ਨਹੀਂ ਕਰ ਸਕਦੇ, ਫੇਰ ਨਹੀਂ ਕੋਈ ਵੀ ਦਿਨ ਦੁੱਖਾਂ ਵਾਲਾ ਤੁਹਾਡੇ ਜੀਵਨ ਵਿੱਚ ਪੈਦਾ ਹੋਣਾ। ਜਦੋਂ ਅੱਜ ਦੇ ਦਿਨ ਨੂੰ ਤੁਸੀਂ ਸੁਖਮਈ ਸਮਝ ਰਹੇ ਹੋ, ਇੰਨਾ ਜ਼ਿਆਦਾ ਕਹਿਰ ਕੀਤਾ ਗਿਆ, ਫਿਰ ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕਦਾ। ਇਹ ਸਿੱਖ ਬੀਬੀਆਂ ਨੇ ਇਸ ਤਰੀਕੇ ਦੇ ਨਾਲ, ਸਿਦਕ ਦੇ ਨਾਲ ਸਿੱਖੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ ਹੈਗਾ ਅਤੇ ਸਿਦਕੋਂ ਨਹੀਂ ਡੋਲੀਆਂ। ਤੇ ਨਹੀਂ ਤਾਂ ਜੇਕਰ ਵੇਖਿਆ ਜਾਵੇ, ਜਦੋਂ ਜਾਨਵਰ ਦੇ ਸਾਹਮਣੇ ਵੀ ਉਹਦੇ ਬੱਚੇ ਦੇ ਉੱਪਰ ਕੋਈ ਮੁਸੀਬਤ ਆਉਂਦੀ ਹੈ, ਜਾਨਵਰ ਵੀ ਡੋਲ ਜਾਂਦੇ ਹੈ। ਗੁਰਬਾਣੀ ਦੇ ਵਿੱਚ ਬਚਨ ਹੈ, ਮੋਹੇ ਲਾਗਤੀ ਤਾਲਾ ਵੇਲੀ, ਬਛਰੇ ਬਿਨ ਗਊ ਅਕੇਲੀ। ਗਊ ਦੇ ਕੋਲੋਂ ਉਸ ਦਾ ਬੱਚਾ ਬਛਰਾ ਦੂਰ ਕਰ ਲਿਆ ਜਾਵੇ, ਉਹ ਵੀ ਬਹੁਤ ਕਲਪਦੀ ਹੈ, ਤੜਫਦੀ ਹੈ। ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਪਰ ਸਿੱਖ ਬੀਬੀਆਂ ਦੇ ਹੌਸਲੇ ਕਿੰਨੇ ਬੁਲੰਦ ਸਨ, ਕਿੰਨੀਆਂ ਉਹ ਸਿਦਕ ਦੀਆਂ ਪੱਕੀਆਂ ਸਨ ਵੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਸਿੱਖ ਬੀਬੀਆਂ ਨੇ ਅਰਦਾਸ ਇਹ ਕੀਤੀ ਵੀ ਸੱਚੇ ਪਾਤਸ਼ਾਹ ਦਿਨ ਸੁੱਖ ਦੇ ਨਾਲ ਬਤੀਤ ਹੋਇਆ। ਇਸ ਤਰੀਕੇ ਦੇ ਨਾਲ ਮੀਰ ਮੰਨੂ ਵੱਲੋਂ ਕਹਿਰ ਕੀਤਾ ਗਿਆ। 1749 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਸੀ। ਮੀਰ ਮੰਨੂ ਨੇ 14 ਲੱਖ ਰੁਪਈਆ ਦੇਣਾ ਮੰਨਿਆ ਸੀ, 9 ਲੱਖ ਰੁਪਈਆ ਦੇ ਦਿੱਤਾ ਗਿਆ ਸੀ, 5 ਲੱਖ ਰੁਪਈਆ ਉਧਾਰਾ ਰਹਿੰਦਾ ਸੀ।
ਅਹਿਮਦ ਸ਼ਾਹ ਅਬਦਾਲੀ ਨੇ ਇੱਕ ਸੁਖ ਜੀਵਨ ਨਾਮ ਦੇ ਵਿਅਕਤੀ ਨੂੰ ਮੀਰ ਮੰਨੂ ਦੇ ਕੋਲ ਭੇਜਿਆ ਵੀ 5 ਲੱਖ ਰੁਪਈਆ ਲੈ ਕੇ ਆ। ਮੀਰ ਮੰਨੂ ਮੁੱਕਰ ਗਿਆ। 1752 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਦੁਬਾਰੇ ਹਮਲਾ ਫੇਰ ਕੀਤਾ ਲਾਹੌਰ ਦੇ ਉੱਪਰ, ਤੇ ਮੀਰ ਮੰਨੂ ਫੇਰ ਹਾਰ ਗਿਆ। ਮੀਰ ਮੰਨੂ ਨੂੰ ਕੈਦੀ ਬਣਾ ਲਿਆ ਗਿਆ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ। ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।